ਸਵਿਚ ਕੇਸ ਤੋਂ ਬਾਅਦ ਹੁਣ ਆਪਣੇ ਕੋਲ ਹੈਗੀ ਆ ਅੱਗੇ ਫੋਰ ਸਟੇਟਮੈਂਟਸ, ਫੋਰ ਵਾਈਲ ਤੇ ਡੂ ਵਾਈਲ। ਇਟਰੇਸ਼ਨ ਸਟੇਟਮੈਂਟਸ ਜਿਹੜੀਆਂ ਹੈਗੀਆਂ ਇਹ ਇਟਰੇਸ਼ਨ ਸਟੇਟਮੈਂਟਸ ਕਿਹੜੀਆਂ ਹੁੰਦੀਆਂ ਜਿਹੜੀਆਂ ਕਿ ਆਪਾਂ ਰਿਪੀਟ ਕਰਨੀਆਂ ਹੁੰਦੀਆਂ। ਰਿਪੀਟ ਮੀਨਸ ਕਿ ਜਿਵੇਂ ਆਪਣਾ ਨਾਮ ਕੋਈ ਸਟੇਟਮੈਂਟ ਹੈ ਪ੍ਰਿੰਟ ਨੇਮ, ਉਹਨੂੰ ਬਾਰ-ਬਾਰ ਰਿਪੀਟ ਕਰਾਈਏ, 10 ਵਾਰੀ ਪ੍ਰਿੰਟ ਕਰਾਉਣਾ ਆਪਣਾ ਨਾਮ, ਠੀਕ ਹੈ ਨਾ। ਬਾਰ-ਬਾਰ ਪ੍ਰਿੰਟ ਲਿਖਣ ਦੀ ਬਜਾਏ ਆਪਾਂ ਇੱਕ ਲੂਪ ਲਾ ਦਿੰਦੇ ਆ ਉਹ ਪ੍ਰਿੰਟ ਸਟੇਟਮੈਂਟ ਦੇ ਉੱਤੇ। ਉਹਦੇ ਨਾਲ ਕੀ ਹੁੰਦਾ ਕਿ ਉਹ ਸਟੇਟਮੈਂਟ 10 ਵਾਰੀ ਚੱਲਦੀ ਆ, 10 ਵਾਰੀ ਨਾਮ ਪ੍ਰਿੰਟ ਹੋ ਜਾਂਦਾ। ਇਸ ਤਰ੍ਹਾਂ ਹੀ ਜੇ ਆਪਣੇ ਨੰਬਰ 1 ਤੋਂ 10 ਤੱਕ ਪ੍ਰਿੰਟ ਕਰਾਣੇ ਹੋਣ, 10 ਤੋਂ 20 ਤੱਕ ਕਰਾਣੇ ਹੋਣ, ਕੋਈ ਟੇਬਲ ਪ੍ਰਿੰਟ ਕਰਾਉਣਾ ਹੋਵੇ, ਈਵਨ ਨੰਬਰ ਪ੍ਰਿੰਟ ਕਰਾਣੇ ਹੋਣ, ਠੀਕ ਹੈ ਨਾ। ਇਸ ਤਰ੍ਹਾਂ ਇਹ ਕੰਮਾਂ ਲਈ ਆਪਣੀ ਇਟਰੇਸ਼ਨ ਸਟੇਟਮੈਂਟਸ ਦੀ ਵਰਤੋਂ ਹੁੰਦੀ ਆ। ਆਪਾਂ ਹੁਣ ਪਹਿਲਾਂ ਫੋਰ ਸਟੇਟਮੈਂਟ ਦੇਖਦੇ ਹਾਂ ਕਿਵੇਂ ਕੰਮ ਕਰਦੀ ਹੈ ਇਹ। ਹੁਣ ਦੇਖੋ ਫੋਰ ਸਟੇਟਮੈਂਟਸ ਲਈ ਆਪਾਂ ਨੇ ਇੱਕ ਫਲੋ ਚਾਰਟ ਬਣਾਇਆ ਹੋਇਆ ਉਰੇ, ਤੇ ਉਹ ਫਲੋ ਚਾਰਟ ਲਈ ਕੀ ਲਿਖਿਆ ਹੋਇਆ ਆਪਾਂ ਨੇ ਪ੍ਰਿੰਟ ਕਰਨੇ ਆਪਣੇ ਨੰਬਰ 1 ਤੋਂ ਲੈ ਕੇ 9 ਤੱਕ। ਹੁਣ ਦੇਖੋ ਸਟਾਰਟ ਦੇ ਵਿੱਚ ਆਪਾਂ ਨੇ ਇੱਕ ਵੇਰੀਏਬਲ ਲਿੱਤਾ ਹੋਇਆ i। ਇਹ ਕਿਉਂ ਲਿਆ? ਕਿਉਂਕਿ ਫੋਰ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਇੱਕ ਵੇਰੀਏਬਲ ਲਗਾਉਣ ਦੀ ਲੋੜ ਪੈਂਦੀ ਆ। ਜਿਸ ਵੇਰੀਏਬਲ ਨੂੰ ਆਪਾਂ ਨੇ ਇਨੀਸ਼ੀਅਲਾਈਜ਼ ਵੀ ਕਰਨਾ ਹੁੰਦਾ ਹੈ, ਉਹਦੀ ਕੰਡੀਸ਼ਨ ਵੀ ਸੈੱਟ ਕਰਨੀ ਹੁੰਦੀ ਹੈ, ਤੇ ਉਹਨੂੰ ਇੰਕਰੀਮੈਂਟ ਜਾਂ ਡਿਕਰੀਮੈਂਟ ਉਹਦੇ ਲਈ ਉਹ ਵੀ ਲਗਾਉਣਾ ਹੁੰਦਾ ਹੈ, ਮਤਲਬ ਕਿ ਉਸ ਵੇਰੀਏਬਲ ਲਈ ਆਪਾਂ ਨੂੰ। ਹੁਣ ਜਿਵੇਂ ਫੋਰ ਲੂਪ ਦੇ ਵਿੱਚ 3 ਸਟੇਟਮੈਂਟਾਂ ਲੱਗੀਆਂ ਹੋਈਆਂ, ਜਿਵੇਂ ਹੁਣ ਮੈਂ ਗੱਲ ਕੀਤੀ ਹੈ ਕਿ ਪਹਿਲਾਂ ਇਨੀਸ਼ੀਅਲਾਈਜ਼ ਕਰ ਰਿਹਾ ਆਪਾਂ ਨੇ, ਫਿਰ ਆਪਣੇ ਕੰਡੀਸ਼ਨ ਲਾਈ ਹੈ, ਫਿਰ ਇੰਕਰੀਮੈਂਟ ਜਾਂ ਡਿਕਰੀਮੈਂਟ ਲਗਾਇਆ ਹੋਇਆ ਆਪਾਂ ਨੇ। ਇਹ ਤਿੰਨੋਂ ਸਟੇਟਮੈਂਟਾਂ ਨੂੰ ਜੇ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਮੈਂ ਇੱਧਰ ਕੀਤਾ ਹੋਇਆ, ਇੱਥੇ ਸਮਝਾਉਣਾ ਤੁਹਾਨੂੰ। ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ i = 1। ਜਿਵੇਂ ਹੁਣ ਆਪਣਾ ਪ੍ਰੋਗਰਾਮ ਦਾ ਦੇਖੋ ਪਹਿਲਾਂ ਕੀ ਹੈ ਕਿ 1 ਤੋਂ 9 ਤੱਕ ਆਪਣੇ ਨੰਬਰ ਪ੍ਰਿੰਟ ਕਰਾਣੇ ਆ, ਯਾਨੀ ਕਿ i ਦੀ ਵੈਲਿਊ ਸਟਾਰਟ ਵਿੱਚ ਕੀ ਹੋਏਗੀ 1। ਜੇ ਇਹੀ ਵੈਲਿਊ ਆਪਣੇ 10 ਤੋਂ 20 ਤੱਕ ਨੰਬਰ ਪ੍ਰਿੰਟ ਕਰਾਣੇ ਹੁੰਦੇ ਤਾਂ i ਦੀ ਵੈਲਿਊ ਆਪਾਂ ਉਰੇ 10 ਇਨੀਸ਼ੀਅਲਾਈਜ਼ ਕਰਦੇ। ਇਨੀਸ਼ੀਅਲਾਈਜ਼ ਦਾ ਮਤਲਬ ਕਿ ਆਪਾਂ ਇਹਦਾ ਸ਼ੁਰੂਆਤੀ ਮੁੱਲ ਦਿੱਤਾ ਆਪਾਂ ਨੇ i ਨੂੰ 1, ਸਟਾਰਟਿੰਗ ਵੈਲਿਊ ਉਹਦੀ। ਉਸ ਤੋਂ ਬਾਅਦ ਆਪਣੇ ਨੰਬਰ ਪ੍ਰਿੰਟ ਕਿੱਥੇ ਤੱਕ ਕਰਾਣੇ ਆ? 9 ਤੱਕ। ਤੇ 9 ਤੱਕ ਪ੍ਰਿੰਟ ਕਰਾਉਣ ਲਈ ਆਪਣੇ ਕੋਲ ਯਾਨੀ ਕਿ i ਦੀ ਵੈਲਿਊ 10 ਨਹੀਂ ਹੋਣੀ ਚਾਹੀਦੀ, i ਦੀ ਵੈਲਿਊ 10 ਤੋਂ ਘੱਟ ਰਹਿਣੀ ਚਾਹੀਦੀ ਹੈ, ਠੀਕ ਹੈ ਨਾ। ਉਸੇ ਤਰ੍ਹਾਂ ਫਿਰ ਆਪਾਂ ਨੇ ਕੰਡੀਸ਼ਨ ਲਗਾਤੀ ਇੱਕ, i ਦੀ ਵੈਲਿਊ ਜਿਹੜੀ ਆ ਉਹ ਲੈਸ ਦੈਨ 10 ਰਵੇ। ਲੈਸ ਦੈਨ 10 ਕੀ ਹੋਏਗਾ? 9, ਠੀਕ ਹੈ। ਹੁਣ i ਨੰਬਰ ਆਪਣੇ ਪ੍ਰਿੰਟ ਕਿੱਦਾਂ ਕਰਾਣੇ ਆ? 1 2 3 4 5 6 7 8, ਠੀਕ ਹੈ ਨਾ। ਯਾਨੀ ਕਿ 1 ਦਾ ਇੰਕਰੀਮੈਂਟ ਆ ਸਿਰਫ। ਇਸ ਕਰਕੇ ਆਪਾਂ ਨੇ ਉਰੇ ਇੰਕਰੀਮੈਂਟ ਜਾਂ ਡਿਕਰੀਮੈਂਟ ਜੇ ਕਰਨਾ ਹੋਵੇ ਤਾਂ ਆਪਾਂ ਉਰੇ ਕੀ ਕੀਤਾ ਹੋਇਆ, ਕਿਉਂਕਿ ਆਪਣੇ ਨੰਬਰ ਵਧਾਣੇ ਆ 1 ਤੋਂ ਮਾਈਨਸ ਤਾਂ ਲੈ ਕੇ ਨਹੀਂ ਜਾਣੇ, ਇਸ ਕਰਕੇ ਆਪਣੇ i ਦੀ ਵੈਲਿਊ ਕੀ ਕਰਤੀ? i = i + 1। ਯਾਨੀ ਕਿ i ਦੀ ਵੈਲਿਊ i ਦੇ ਵਿੱਚ ਕੀ ਆ ਜਾਏਗਾ? i + 1। i ਦੀ ਵੈਲਿਊ ਕਿੰਨੀ ਹੈ? 1, ਠੀਕ ਹੈ। ਆ 1 i ਹੋ ਜਾਏਗਾ, 1 + 1 ਕਿੰਨਾ ਹੋ ਜਾਏਗਾ? 2। ਹੁਣ i ਦੀ ਵੈਲਿਊ ਕੀ ਹੋ ਜਾਏਗੀ? 2, ਫਿਰ 2 + 1 3, ਫਿਰ 3 + 1 4, ਮਤਲਬ ਕਿ i ਦੀ ਵੈਲਿਊ ਇੱਦਾਂ ਇੰਕਰੀਮੈਂਟ ਕਰੀ ਜਾਏਗੀ। ਹੁਣ ਇਹਨੂੰ ਆਪਾਂ ਲੂਪ ਨੂੰ ਬੜੇ ਧਿਆਨ ਨਾਲ ਇੱਕ ਵਾਰੀ ਸਮਝੀਏ। ਦੇਖੋ ਕੰਡੀਸ਼ਨ ਕੀ ਆ, ਸਭ ਤੋਂ ਪਹਿਲਾਂ ਲੂਪ ਸਟਾਰਟ ਕਿੱਥੋਂ ਹੋਣਾ? 1। i ਦੀ ਵੈਲਿਊ ਕੀ ਹੈ? 1। ਕੰਡੀਸ਼ਨ ਕੀ ਹੈ ਕਿ i ਲੈਸ ਦੈਨ, ਲੂਪ ਕਿੰਨੀ ਦੇਰ ਤੱਕ ਚੱਲੇਗਾ? ਜਦ ਤੱਕ i ਦੀ ਵੈਲਿਊ 10 ਤੋਂ ਵੱਡੀ ਨਹੀਂ ਹੋ ਜਾਂਦੀ, ਯਾਨੀ ਕਿ 10 ਨਹੀਂ ਹੋ ਜਾਂਦੀ ਜਦ ਤੱਕ ਉਹਦੀ ਵੈਲਿਊ। ਉਸ ਤੋਂ ਬਾਅਦ 1 ਇੰਕਰੀਮੈਂਟ ਹੋ ਜਾਏਗਾ। ਹੁਣ ਸਟਾਰਟ ਦੇ ਵਿੱਚ ਕੀ ਹੋਏਗਾ? ਆਪਣੇ ਜਦੋਂ ਇਹ ਲੂਪ ਕੰਡੀਸ਼ਨ ਆਪਣੇ i ਦੀ ਵੈਲਿਊ ਇਨੀਸ਼ੀਅਲਾਈਜ਼ 1 ਕਰ ਲਈ ਤਾਂ ਪ੍ਰਿੰਟ ਕੀ ਹੋ ਗਿਆ? i ਦੀ ਵੈਲਿਊ 1, ਠੀਕ ਹੈ। ਕੰਡੀਸ਼ਨ ਹੁਣ ਦੁਬਾਰਾ ਚੈੱਕ ਹੋਏਗੀ, ਜੋ ਇਸ ਤੋਂ ਬਾਅਦ ਪ੍ਰਿੰਟ ਸਟੇਟਮੈਂਟ ਤੋਂ ਬਾਅਦ ਦੁਬਾਰਾ ਫਿਰ ਉੱਪਰ ਜਾਏਗਾ ਇਹ ਆਪਣਾ ਕੰਟਰੋਲ। ਹੁਣ ਜਦੋਂ ਉੱਪਰ ਜਾ ਕੇ ਦੁਬਾਰਾ ਫਿਰ ਚੈੱਕ ਹੋਏਗਾ, ਉੱਥੇ ਕੀ ਹੋਏਗਾ? i ਦੀ ਵੈਲਿਊ i ਦੇ ਵਿੱਚ 1 ਪਲੱਸ ਹੋ ਜਾਏਗਾ, i = i + 1 ਹੈ ਨਾ, ਕਿਉਂਕਿ i ਦੀ ਵੈਲਿਊ ਕੀ ਹੈ? 1। 1 + 1 ਕਿੰਨਾ ਹੋ ਜਾਏਗਾ? 2। i ਦੀ ਵੈਲਿਊ 2 ਹੋ ਜਾਏਗੀ ਨਾ। ਜੇ i ਦੀ ਵੈਲਿਊ 2 ਹੋ ਗਈ, ਹੁਣ ਕੰਡੀਸ਼ਨ ਚੈੱਕ ਹੋਏਗੀ। ਕੰਡੀਸ਼ਨ ਕੀ ਹੈ? ਕੰਡੀਸ਼ਨ i ਦੀ ਵੈਲਿਊ 10 ਨਹੀਂ ਹੋਣੀ ਚਾਹੀਦੀ, 9 ਤੱਕ ਰਹਿ ਸਕਦੀ ਹੈ, ਯਾਨੀ ਕਿ ਕੰਡੀਸ਼ਨ ਵੀ ਹਲੇ ਆਪਣੀ ਟਰੂ ਹੈ। ਇਸ ਕਰਕੇ ਦੁਬਾਰਾ ਫਿਰ ਇਹ ਲੂਪ ਚੱਲੇ, ਫਿਰ ਦੁਬਾਰਾ ਇੱਧਰ ਨੂੰ ਪ੍ਰਿੰਟ ਹੋ ਜਾਏਗਾ i। ਹੁਣ ਇਸ ਟਾਈਮ i ਦੀ ਵੈਲਿਊ ਕਿੰਨੀ ਪ੍ਰਿੰਟ ਹੋ ਗਈ? 2, ਠੀਕ ਹੈ। i ਦੀ ਵੈਲਿਊ ਪਹਿਲਾਂ 1 ਪ੍ਰਿੰਟ ਹੋਈ, ਠੀਕ ਹੈ, ਫਿਰ ਹੋਈ ਆਪਣੀ 2 ਪ੍ਰਿੰਟ। ਹੁਣ ਦੇਖੋ i ਦੀ ਵੈਲਿਊ ਜਦੋਂ 2 ਪ੍ਰਿੰਟ ਹੋ ਗਈ, ਫਿਰ ਦੁਬਾਰਾ, ਕਿਉਂਕਿ ਕੰਡੀਸ਼ਨ ਆਪਣੀ ਉਦੋਂ ਤੱਕ ਚੱਲਣੀ ਹੈ ਜਦ ਤੱਕ i ਦੀ ਵੈਲਿਊ 9 ਨਹੀਂ ਹੋ ਜਾਂਦੀ, 9 ਤੱਕ ਚੱਲਣੀ ਹੈ ਇਹ। ਜਦੋਂ 9 ਤੋਂ ਉੱਤੇ ਹੋਏਗੀ ਤਾਂ ਆਪਣਾ ਇਹ ਲੂਪ ਬਾਹਰ ਹੋ ਜਾਏਗਾ, ਐਂਡ ਆ ਜਾਏਗਾ ਆਪਣਾ। ਫਿਰ ਹੁਣ i ਦੀ ਵੈਲਿਊ 2 ਹੋਈ ਹੈ, 2 ਤੋਂ ਇੱਥੇ ਹੁਣ ਦੁਬਾਰਾ ਫਿਰ ਕੰਡੀਸ਼ਨ ਚੈੱਕ ਹੋਏਗੀ। i ਦੀ ਵੈਲਿਊ ਕੀ ਹੈ? 10 ਤੋਂ ਘੱਟ ਹੈ ਹਲੇ ਵੀ, ਠੀਕ ਹੈ ਨਾ, ਮਤਲਬ ਕਿ ਪੂਰੀ 9 ਨਹੀਂ ਹੋਈ। ਉਸ ਤੋਂ ਬਾਅਦ ਫਿਰ ਕੀ ਹੋਏਗਾ? 1 ਇੰਕਰੀਮੈਂਟ ਹੋ ਜਾਏਗਾ। i ਦੀ ਵੈਲਿਊ ਕਿੰਨੀ ਆਪਣੀ ਸੀ? 2 ਸੀਗੀ ਆਹ ਵਾਲੀ, 2 ਉਰੇ 2 ਹੋ ਗਿਆ, 2 + 1 ਕਿੰਨਾ ਹੋ ਜਾਏਗਾ? 3। i ਦੀ ਵੈਲਿਊ 3 ਹੋਏਗੀ। ਉਸ ਤੋਂ ਬਾਅਦ ਇੱਧਰ ਨੂੰ ਆ ਕੇ ਫਿਰ i ਦੀ ਵੈਲਿਊ ਕਿੰਨੀ ਪ੍ਰਿੰਟ ਹੋ ਜਾਏਗੀ? 3, ਠੀਕ ਹੈ। ਇਸ ਤਰ੍ਹਾਂ ਫਿਰ ਉੱਪਰ ਜਾਏਗਾ ਇਹ, ਕਿਉਂਕਿ ਹਲੇ i ਦੀ ਵੈਲਿਊ 10 ਹੋਈ ਨਹੀਂ। ਜਦੋਂ ਇਸ ਤਰ੍ਹਾਂ 4 ਇੱਦਾਂ ਹੀ ਪ੍ਰਿੰਟ ਹੋ ਜਾਏਗਾ, ਕਿਉਂਕਿ ਇੰਕਰੀਮੈਂਟ ਹੋਈ ਜਾਣਾ ਇੱਧਰਲੇ ਪਾਸੇ। 4 + 1 5, 5 + 1 6, 6 + 1 7, ਇੱਦਾਂ ਇੰਕਰੀਮੈਂਟ ਹੋਈ ਜਾਣਾ। ਜਦੋਂ i ਦੀ ਵੈਲਿਊ 9 ਹੋ ਗਈ, ਜਦੋਂ 9 ਆਪਣਾ ਪ੍ਰਿੰਟ ਹੋ ਗਿਆ, ਠੀਕ ਹੈ, ਇੱਥੇ 9 ਆਪਣਾ ਸਪੋਜ਼ ਕਰੋ ਪ੍ਰਿੰਟ ਹੋ ਗਿਆ, ਇਹਨੂੰ 9 ਪ੍ਰਿੰਟ ਕਰਾਤਾ ਆਪਾਂ ਨੂੰ। ਫਿਰ ਕੀ ਹੋਏਗਾ? ਉੱਪਰ ਫਿਰ ਜਾਏਗਾ, ਕੰਡੀਸ਼ਨ ਚੈੱਕ ਹੋਏਗੀ। ਕੰਡੀਸ਼ਨ ਚੈੱਕ ਹੋਣ, ਕੰਡੀਸ਼ਨ ਤੋਂ ਪਹਿਲਾਂ ਆਪਣਾ ਇੱਕ ਨੰਬਰ ਇੰਕਰੀਮੈਂਟ ਕਰੇਗਾ ਇਹ, ਠੀਕ ਹੈ ਨਾ। ਇੰਕਰੀਮੈਂਟ ਕੀ ਹੋਏਗਾ ਆਪਣਾ? 9 + 1,
कितना हो जाएगा 10 10 आई की वैल्यू 10 तो हो ही नहीं सकती क्योंकि आई की वैल्यू 9 रहनी है। तो यदा मतलब ये लूप हुण प्रिंट नहीं होएगा, सीधा ही इत्थों तो बाहर हो जाएगा, एंड हो जाएगा। ठीक है, इस तरह ये लूप अपना चलता है। चलो इन्हों आप प्रैक्टिकल भी करके देखते हैं फिर यदा। लो फिर आप हुण अपने टर्बो सी के कंपाइलर च आ गए कोडिंग करने लई प्रोग्राम की। पहला सब तो पहले आप लिख लें प्रोग्राम का नाम, प्रोग्राम टू प्रिंट 1 to 10। एक्चुअली कीपैड तो नहीं चलता होंगे, इधरले पासे तो अपन काम करना 1 to 10 नंबरस। आप पहला 9 कराए, चलो कोई ना, आप 10 नंबर प्रिंट करा के देखते हैं। ठीक है, कंडीशन आप लैस दैन इक्वल टू 10 ला देंगे हुण। ठीक है, तो चलो फिर आप हुण मेन तो शुरू करते हैं। मेन मेन दे नाल वॉइड ला दिंदे आ क्योंकि अपना फंक्शन ने कोई रिटर्न नहीं करना कुछ भी। ਹੁਣ ਆਪਾਂ ਨੂੰ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਪਾਂ ਨੂੰ ਇੱਕ ਫॉर ਲੂਪ ਜਦੋਂ ਆਪਣੇ ਸਟੇਟਮੈਂਟ ਯੂਜ਼ ਕਰਨੀ ਆ ਉਹਦੇ ਲਈ ਆਪਾਂ ਨੂੰ ਇੱਕ ਵੇਰੀਏਬਲ ਦੀ ਲੋੜ ਪੈਂਦੀ ਆ। ਵੇਰੀਏਬਲ ਤੁਸੀਂ ਕੋਈ ਵੀ ਡਿਕਲੇਅਰ ਕਰ ਸਕਦੇ ਹੋ। ਉਹਦੇ ਲਈ ਆਪਾਂ ਇੰਟ ਆਈ ਵੈਸੇ ਨਾਰਮਲੀ ਆਪਾਂ ਵਰਤਦੇ ਆ, ਤੁਸੀਂ ਏ ਬੀ ਸੀ ਕੁਝ ਵੀ ਵਰਤ ਸਕਦੇ ਹੋ। ਸੈਮੀਕੋਲਨ ਆਪਾਂ ਨੇ ਲਗਾਤਾ ਸਟੇਟਮੈਂਟ ਦੇ ਐਂਡ ਤੇ। ਹੁਣ ਆਪਣੇ ਕੋਲ ਵੇਰੀਏਬਲ ਆ ਗਿਆ। ਵੇਰੀਏਬਲ ਤੋਂ ਬਾਅਦ ਹੁਣ ਆਪਣੇ ਨੰਬਰ ਕਰਾਣੇ 1 ਤੋਂ 10 ਪ੍ਰਿੰਟ। ਠੀਕ ਹੈ ਨਾ, ਉਹਦੇ ਲਈ ਆਪਾਂ ਕੀ ਲਾਵਾਂਗੇ ਲੂਪ, ਕਿਉਂਕਿ ਆਪਾਂ ਨੇ आई ਨੂੰ ਵੀ ਬਾਰ-ਬਾਰ ਪ੍ਰਿੰਟ ਕਰਾ ਦੇਣਾ ਤੇ आई ਦਾ ਨੰਬਰ ਇੱਕ ਇੰਕਰੀਮੈਂਟ ਕਰੀ ਜਾਣਾ ਉਹਦਾ ਬਸ। ਠੀਕ ਹੈ ਨਾ, ਹੁਣ ਆਪਣੇ ਨੰਬਰ ਪੁਰਾਣੇ 1 ਤੋਂ 10 ਤੱਕ, ਇਸ ਕਰਕੇ आई ਦੀ ਵੈਲਿਊ ਨੂੰ ਆਪਾਂ ਸਟਾਰਟ 'ਚ ਕਿੱਥੇ ਰੱਖਾਂਗੇ 1। ਉਸ ਤੋਂ ਬਾਅਦ आई ਲੈਸ ਦੈਨ ਇਕੁਅਲ ਟੂ 10 ਕਰ ਦੋ ਚਾਹੇ, ਜਾਂ ਲੈਸ ਦੈਨ 11 ਕਰ ਦੋ। ठीक है ना, यानी कि अपने वैल्यू ਨੂੰ आई ਦੀ 10 तक चलानी है। पिछले अपने फॉर लूप ਜਿਹੜਾ ਆਪਣੇ ਫਲੋ ਚਾਰਟ ਦੇਖਿਆ ਸੀ ਉਹਦੇ 'ਚ ਆਪਣੇ 9 तक ਚਲਾਈ ਸੀ। ਚਲੋ आई प्लस प्लस आई प्लस, ਹੁਣ ਇੱਥੇ ਮੈਂ ਲਾਤਾ आई प्लस प्लस। ਇਹ ਉਹ ਸੇਮ ਚੀਜ਼ ਹੀ ਹੈ, आई इज इक्वल टू आई प्लस 1 ਸੇਮ ਚੀਜ਼ ਹੀ ਹੁੰਦੀ ਹੈ। ਇਹਨੂੰ ਕੋਈ ਇਹ ਮੈਂ ਅੱਗੇ ਕਮੈਂਟ ਦੇ ਵਿੱਚ ਤੁਹਾਨੂੰ ਦਿਖਾਤਾ, ਇਹਨੂੰ ਆਪਾਂ आई प्लस प्लस ਵੀ ਕਹਿ ਸਕਦੇ ਹਾਂ। ਸੇਮ ਚੀਜ਼ ਹੀ ਹੈ ਦੋਨੋਂ। ਅੱਗੇ ਆਪਾਂ ਨੇ ਸਟੇਟਮੈਂਟ ਨੂੰ ਥੋੜਾ ਜਿਹਾ ਕੰਪੈਕਟ ਕਰਕੇ ਪ੍ਰਿੰਟ ਕਰਤਾ। ਹੁਣ फॉर लूप च अपने करना की है, फॉर लूप च अपने प्रिंट कराना PRINT प्रिंट F आई। ठीक है, %d पहले लावांगे ते आई। ठीक है, बस ये अपना प्रोग्राम बन भी गया। ਹੁਣ ਆਪਾਂ ਪਹਿਲਾਂ ਉਹੀ ਲਾਇਬ੍ਰੇਰੀ ਆਪਾਂ ਆਪਣੀ ਓਪਨ ਕਰ ਦਿੰਦੇ ਹਾਂ ਜਿਹੜੀ ਆਪਾਂ ਨੂੰ ਪ੍ਰਿੰਟ ਐਫ ਲਈ ਜ਼ਰੂਰਤ ਹੁੰਦੀ ਹੈ, ਜਿਹਦੀ ਉਹਦਾ ਨਾਮ ਕੀ ਆ ਹੈਸ਼ ਇਨਕਲੂਡ stdio.h। ਠੀਕ ਹੈ, ਪ੍ਰੋਗਰਾਮ ਨੂੰ ਹੁਣ ਆਪਾਂ ਕੰਪਾਈਲ ਕਰਕੇ ਦੇਖਦੇ ਹਾਂ। ਕੰਪਾਈਲ ਕਰਨ ਲਈ ਉਹੀ ਆਪਾਂ ਚਾਹੇ ਕੰਪਾਈਲਰ ਚਲੇ ਜਾਈਏ ਚਾਹੇ Alt F9 ਪ੍ਰੈਸ ਕਰ ਦਈਏ ਆਪਾਂ। ਐਰਰਸ ਕਿੰਨੀ ਆ ਗਈਆਂ 3। देखो कितने एरर आ गई, आ देखो इतने अपने एक कोमा अपने को फालतू लग गया सीगा। ठीक है, तो हुण दोबारा फिर स्टेटमेंट मिसिंग भी कह रहा कितने, अच्छा वही सी। अच्छा ये मिसिंग स्टेटमेंट भी हैगी एक कंपाउंड स्टेटमेंट कहना मिसिंग है, वो तां ही कह रहा सी सैमीकोलन अपने लगाया नहीं। चलो अपन फिर करते हैं Alt F9। देखो एरर अपनी की होगी 0, यानी कि अपना प्रोग्राम हुण रन होने लिए तैयार है। आप इन्हूं रन करके देखते हैं कंट्रोल F9 नाल। अपना प्रोग्राम देखो हम रन हो चुका है। आप चेक करते हैं कि नंबर 1 तो 10 तक प्रिंट होए कि नहीं होए। उहदे लई स्क्रीन यूजर स्क्रीन देखने लिए आप प्रेस करांगे Alt F5, या तुसी विंडोज जाके यूजर स्क्रीन ते क्लिक करो। देखो नंबर प्रिंट हो गए 1 2 3 4 5 6 7 8 9 10। हुण देखो इकट्ठे ही नंबर जे इदां लगदा कि काफ़ी वड्डा सारा नंबर प्रिंट हो गया। इहदे च जे तुसी गैप पाना है तो थोड़ा जिहा देखो थोड़े नंबर %d की जगह ते प्रिंट होने आ, इहदे थोड़ी जी स्पेस पा दो मूहरे। मतलब कि हर एक %d ते नंबर जो प्रिंट होने तो पहला एक स्पेस पै जाएगी। देखो कंट्रोल F9 करके फिर दोबारा उदा ही Alt F5, नंबर प्रिंट हो गए 1 2 3 4 5 6 7 8 9 10। ठीक है ना, इस तरह जे अपने नंबर नू नीचे नू मतलब कि वर्टिकली प्रिंट कराने हैं, हॉरिजेंटली नहीं कराने, तो आप न्यू लाइन करैक्टर होंदा है। ठीक है, वो %n दे नाल पैंदा है। कंट्रोल F9 Alt F5। ठीक है, वो एक नंबर एक्चुअली अपना आ प्रिंट होया उरे माउस भी नहीं चलता। चलो कोई ना, अपना नंबर 1 2 10 तक अपने प्रिंट हो गए देखो वर्टिकली। ठीक है, इस तरीके जे अपने नंबर 20 तो कराने हैं प्रिंट, सपोज करो आप 10 तो कराने 10 तो 20 तक कराने हैं, तो इनिशियलाइज कितने हो जाएगी 10।
10 ਨੂੰ ਇਨੀਸ਼ਲਾਈਜ਼ ਕਰ ਦਾਂਗੇ ਤਾਂ ਉਰੇ 20 ਕਰ ਦੋ। ਠੀਕ ਹੈ, ਕੰਟਰੋਲ F9 ਕਰਕੇ ਦੇਖੋ, Alt F5, और देखो 10 ਜਿਹੜੇ ਪਹਿਲੇ 10 ਨੰਬਰ ਪ੍ਰਿੰਟ ਕਰਾਇਆ ਸੀ ਉਹਦਾ 10 ਹੈ, ਉਸ ਤੋਂ ਅੱਗੇ 10 11 12 13 20 ਤੱਕ ਪ੍ਰਿੰਟ ਹੋ ਗਏ। ਠੀਕ ਹੈ ਨਾ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ ਹੁਣ ਫਿਰ ਫੋਰ ਲੂਪ ਤਾਂ ਹੁਣ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਣਾ। ਜੇ ਆਪਾਂ ਇਹਨੂੰ ਇਹੀ ਚੀਜ਼ ਨੂੰ ਵਾਈਲ ਲੂਪ ਦੇ ਨਾਲ ਦੇਖਣਾ ਹੈ, ਵਾਈਲ ਲੂਪ ਕਿਵੇਂ ਲਗਾਉਣਾ ਹੈ ਆਪਾਂ ਉਹ ਬਣਾਉਂਦੇ ਹੁਣ ਵਾਈਲ ਲੂਪ ਦੇ ਨਾਲ, ਸੇਮ ਪ੍ਰੋਗਰਾਮ ਬਣਾਵਾਂਗੇ ਵਾਈਲ ਲੂਪ ਦੇ ਨਾਲ। ਇੱਕ ਚੀਜ਼ ਮੈਂ ਤੁਹਾਨੂੰ ਮਾੜਾ ਜਿਹਾ ਹੋਰ ਦੱਸ ਦੇਵਾਂ, ਉਰੇ ਇੱਕ ਆਪਣੇ ਕੋਲ ਸਟੇਟਮੈਂਟ ਹੁੰਦੀ ਹੈ ਕਲੀਅਰ ਸਕਰੀਨ, ਉਹ ਆਪਾਂ ਨੂੰ ਲੋੜ ਪੈਂਦੀ ਹੈ, ਕਲੀਅਰ SCR। ਉਹਦੀ ਇਸ ਕਰਕੇ ਲੋੜ ਪੈਂਦੀ ਹੈ ਕਿਉਂਕਿ ਆਪਣੀ ਸਕਰੀਨ ਕਲੀਅਰ ਨਹੀਂ ਹੁੰਦੀ ਆਊਟਪੁੱਟ ਦੇਖਣ ਲਈ, ਉਹ ਪਹਿਲਾਂ ਪਿਛਲੀ ਆਊਟਪੁੱਟ ਦਿਖਾਈ ਜਾਂਦਾ ਤੇ ਆਪਾਂ ਨੂੰ ਉਹ ਰਿਜ਼ਲਟ ਸਾਫ ਸੁਥਰਾ ਜਿਹਾ ਨਹੀਂ ਦਿਖਦਾ। ਇਸ ਕਰਕੇ ਆਪਾਂ ਕਲੀਅਰ ਸਕਰੀਨ ਇੱਕ ਸਟੇਟਮੈਂਟ ਲਗਾ ਲੈਂਦੇ ਹਾਂ, ਉਹ ਹਮੇਸ਼ਾ ਡੈਕਲੇਰੇਸ਼ਨ ਤੋਂ ਬਾਅਦ ਲਗਾਉਣੀ ਹੁੰਦੀ ਆ। ਇਹਦੇ ਲਈ ਆਪਾਂ ਨੂੰ ਇੱਕ ਲੋੜ ਪੈਂਦੀ ਹੈ ਲਾਇਬ੍ਰੇਰੀ ਹੋਰ ਓਪਨ ਕਰਨ ਦੀ, #include con.io.h ਦੀ। ਠੀਕ ਹੈ, ਇਹਨੂੰ ਹੁਣ ਆਪਾਂ ਚਲਾ ਕੇ ਦੇਖਦੇ ਹਾਂ ਚੱਲਦਾ ਕਿ ਨਹੀਂ ਚੱਲਦਾ। ਪਹਿਲਾਂ Alt F9 ਕਰਕੇ ਦੇਖਦੇ ਹਾਂ। ਠੀਕ ਹੈ, ਪ੍ਰੋਗਰਾਮ ਆਪਣਾ ਚੱਲ ਗਿਆ, ਦੇਖੋ ਕੋਈ ਐਰਰ ਨਹੀਂ ਆਈ। ਕੰਟਰੋਲ F9 ਨਾਲ ਦੇਖਾਂਗੇ, ਹੁਣ ਦੇਖੋ ਰਿਜ਼ਲਟ ਦੇਖਦੇ ਹਾਂ। ਹੁਣ ਆਪਾਂ ਹੁਣ ਦੇਖੋ ਰਿਜ਼ਲਟ ਆਪਣਾ ਪਹਿਲਾਂ ਆਊਟਪੁੱਟਸ ਜਿੰਨੀਆਂ ਸੀ ਸਾਰੀਆਂ ਕਲੀਅਰ ਹੋ ਗਈਆਂ। ਹੁਣ ਜਿੰਨੀ ਵਾਰ ਵੀ ਆਊਟਪੁੱਟ ਪ੍ਰਿੰਟ ਹੋਏਗੀ ਸਕਰੀਨ ਕਲੀਅਰ ਹੋਣ ਤੋਂ ਬਾਅਦ ਫਿਰ ਪ੍ਰਿੰਟ ਹੋਏਗੀ। ਠੀਕ ਹੈ ਨਾ। ਇਹ ਚੀਜ਼ ਹੁਣ ਆਪਣੀ ਇੱਕ ਵੈਸੇ ਤਾਂ ਪ੍ਰੋਗਰਾਮ ਦਾ ਲੌਜਿਕ ਦੇ ਵਿੱਚ ਨਹੀਂ ਆਉਂਦਾ, ਲੇਕਿਨ ਇਹ ਹੈ ਕਿ ਥੋੜੀ ਆਊਟਪੁੱਟ ਨੂੰ ਬੈਟਰ ਕਰਨ ਲਈ ਆਪਾਂ ਨੂੰ ਇਹ ਸਟੇਟਮੈਂਟ ਦੀ ਲੋੜ ਪੈਂਦੀ ਆ। ਹੁਣ ਆਪਾਂ ਵਾਈਲ ਲੂਪ ਦੀ ਗੱਲ ਕਰ ਰਹੇ ਸੀਗੇ। ਵਾਈਲ ਲੂਪ 'ਚ ਕੀ ਕਰਨਾ ਹੁੰਦਾ ਕਿ ਆਪਾਂ ਨੇ ਜਿਹੜੀਆਂ 3 ਸਟੇਟਮੈਂਟਾਂ ਲਿਖੀਆਂ, 1 2, ਇਹ ਤਿੰਨੋਂ ਸਟੇਟਮੈਂਟਾਂ ਅਲੱਗ-ਅਲੱਗ ਲਿਖਾਂਗੇ। ਠੀਕ ਹੈ, ਫੋਰ ਦੀ ਜਗ੍ਹਾ ਆਪਾਂ ਵਾਈਲ ਲਗਾ ਦਾਂਗੇ। ਠੀਕ ਹੈ, i ਨੂੰ ਉਰੇ ਇਨੀਸ਼ੀਅਲਾਈਜ਼ ਵੀ ਕਰਾਂਗੇ। ਹੁਣ ਆਪਾਂ ਜਿਵੇਂ i ਦੀ ਵੈਲਿਊ ਪਹਿਲਾਂ 10 ਪ੍ਰਿੰਟ ਕਰਾਈ ਸੀ ਨਾ, i = 10 ਉਰੇ ਲਿਖ ਦਾਂਗੇ। ਹੁਣ i = 10 ਜਾਂ 10। ਠੀਕ ਹੈ, ਦੇਖੋ ਇੱਕ ਸਟੇਟਮੈਂਟ ਲਿਖਤੀ, ਇਹਨੂੰ ਹਟਾ ਦਿਓ ਫਿਰ। ਤੇ ਆਹ ਕੰਡੀਸ਼ਨ ਆਪਾਂ ਨੇ ਉਰੇ ਲਿਖਤੀ, i ≤ 20। ਹੁਣ ਜਿਹੜਾ i ਇਹਨੂੰ ਸਟੇਟਮੈਂਟ ਨੂੰ ਵੀ ਆਪਾਂ ਹੁਣ ਅਲੱਗ ਤੋਂ ਲਿਖਾਂਗੇ। ਹੁਣ ਦੇਖੋ ਜਦੋਂ ਆਪਾਂ ਕਿਸੇ ਵੀ ਸਟੇਟਮੈਂਟ ਨੂੰ ਜਿਵੇਂ ਲੂਪ ਲਗਾਉਣਾ ਹੈ, ਲੂਪ ਦੇ ਵਿੱਚ ਹੁਣ ਪਹਿਲਾਂ ਫੋਰ ਲੂਪ ਦੇ ਵਿੱਚ ਸਿਰਫ ਇੱਕੋ ਸਟੇਟਮੈਂਟ ਪ੍ਰਿੰਟ ਹੋ ਰਹੀ ਸੀ, printf। ਠੀਕ ਹੈ ਨਾ, ਆਪਾਂ ਨੇ ਕੋਈ ਉਹਦੇ ਲਈ ਬ੍ਰੈਕਟਾਂ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ। ਲੇਕਿਨ ਜਦੋਂ ਇੱਕ ਤੋਂ ਵੱਧ ਸਟੇਟਮੈਂਟਾਂ ਆਪਾਂ ਨੂੰ ਲੋੜ ਪੈ ਜਾਵੇ ਕਿਸੇ ਵੀ ਲੂਪ ਦੇ ਵਿੱਚ, ਤਾਂ ਆਪਾਂ ਉਹਦੇ ਲਈ ਵੀ ਫਿਰ ਫਰਦਰ ਉਹਦੀਆਂ ਅਲੱਗ ਤੋਂ ਕਰਲੀ ਬ੍ਰੈਕਟ ਸ਼ੁਰੂ ਕਰਦੇ ਹਾਂ। ਠੀਕ ਹੈ, ਹੁਣ ਆਪਾਂ ਨੇ ਦੇਖੋ ਜਿਹੜਾ i++ ਸੀਗਾ ਉਹ ਉਰੇ ਲਿਖ ਦਿੰਦੇ ਹੋਈ i++। ਠੀਕ ਹੈ, ਹੁਣ ਦੇਖੋ ਆਪਣਾ ਪ੍ਰੋਗਰਾਮ ਸੇਮ ਉਹੀ ਹੈ, ਕੁਛ ਨਹੀਂ ਕੀਤਾ, ਆਊਟਪੁੱਟ ਵੀ ਉਹੀ 10 ਤੋਂ 20 ਤੱਕ ਆਏਗੀ। ਲੇਕਿਨ ਫਰਕ ਕੀ ਕੀਤਾ ਆਪਾਂ ਨੇ, ਉਹੀ ਜਿਹੜੀਆਂ 3 ਫੋਰ ਲੂਪ ਦੇ ਵਿੱਚ ਜਿਹੜੀਆਂ 3 ਸਟੇਟਮੈਂਟਾਂ ਇਕੱਠੀਆਂ ਲੱਗਦੀਆਂ ਸੀ, ਵਾਈਲ ਦੇ ਵਿੱਚ ਉਹ ਅਲੱਗ-ਅਲੱਗ ਲਗਾਤੀਆਂ। ਆਪਾਂ ਪਹਿਲਾਂ ਕੰਪਾਈਲ ਕਰਦੇ ਹਾਂ, ਦੇਖੋ ਪ੍ਰੋਗਰਾਮ ਆਪਣਾ ਚੱਲ ਪਿਆ। ਕੰਟਰੋਲ F9 ਨਾਲ ਦੇਖੀਏ ਆਊਟਪੁੱਟ ਇਹਦੀ ਕੋਈ ਬਦਲੀ ਹੈ, ਆਊਟਪੁੱਟ ਦੇਖੋ ਸੇਮ ਉਹੀ ਰਹਿ ਗਈ 10 ਤੋਂ 20 ਤੱਕ। ਉਹੀ ਜੇ ਆਪਾਂ ਨੇ 1 ਤੋਂ ਨੰਬਰ ਪ੍ਰਿੰਟ ਕਰਾਣੇ 10 ਤੱਕ ਤਾਂ ਇਨੀਸ਼ੀਅਲਾਈਜ਼ 1 ਤੋਂ ਕਰਤਾ ਆਪਾਂ ਨੇ, ਉੱਪਰਲਾ ਨੰਬਰ ਹੈ i ਨੂੰ, ਤੇ ਇੱਥੇ ਵੈਲਿਊ ਪਾ ਦਾਂਗੇ 10 ਤੱਕ, ਸੌਰੀ 10 ਇੱਥੇ ਕਰ ਦਿੰਦੇ ਆ। ਠੀਕ ਆ, ਕੰਟਰੋਲ ਇਹਨੂੰ ਸੇਵ ਕਰ ਲਓ, ਚਾਹੇ ਕੰਟਰੋਲ F9 ਕਰੋ, Alt F5 ਕਰੋ, ਰਿਜ਼ਲਟ ਆਪਣਾ ਉਹੀ 1 ਤੋਂ 10 ਤੱਕ ਪ੍ਰਿੰਟ ਹੋ ਗਿਆ। ਠੀਕ ਹੈ ਨਾ। ਹੁਣ ਜੇ ਜਿਵੇਂ ਟੇਬਲ ਪ੍ਰਿੰਟ ਕਰਾਣਾ ਹੈ, ਇੱਥੇ i++ ਦੀ ਜਗ੍ਹਾ i = i+2 ਕਰ ਦਿਓ। ਜਿਵੇਂ 2 ਤੋਂ 20 ਤੱਕ ਨੰਬਰ ਪ੍ਰਿੰਟ ਕਰਾਣੇ ਆ, 2 4 8 2 4 6 8 10। ਠੀਕ ਹੈ ਨਾ, ਮਤਲਬ ਕਿ 2 ਦਾ ਪਹਾੜਾ ਹੋ ਜਾਊਗਾ। i = i+2। ਠੀਕ ਹੈ, ਆਪਣੇ 2 ਇੰਕਰੀਮੈਂਟ ਹੁਣ 2 ਦਾ ਕਰਤਾ ਹੁਣ ਆਪਾਂ ਨੇ। ਠੀਕ ਹੈ, ਤੇ ਸਟਾਰਟ ਇਹਨੂੰ ਕਿੱਥੋਂ ਕਰਨਾ ਆਪਾਂ ਨੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਟਾਰਟ ਪਹੁੰਚਣਾ ਕਿੱਥੇ ਤੱਕ ਆਪਾਂ ਨੇ, 20 ਤੱਕ, ਕਿਉਂਕਿ ਪਹਾੜਾ 2 10 20 ਹੁੰਦਾ। ਠੀਕ ਹੈ ਨਾ, 20 ਤੱਕ ਆਪਣੇ ਪਹੁੰਚਣਾ। ਤੇ ਸਟਾਰਟ ਵੀ ਆਪਣਾ ਹੁਣ ਚੈੱਕ ਕਰਨਾ ਪੈਣਾ, ਕਿ ਦੇਖੋ ਪਹਿਲਾ ਨੰਬਰ ਸਟਾਰਟ ਕਿੱਥੋਂ ਹੋਣਾ ਹੁਣ ਆਪਣਾ 2 ਤੋਂ, ਕਿਉਂਕਿ 2 ਏਕਮ 2 ਹੁੰਦਾ, ਆਪਾਂ 2 ਦਾ ਪਹਾੜਾ ਪ੍ਰਿੰਟ ਕਰਾ ਰਹੇ ਹਾਂ ਹੁਣ ਇਹ। ਠੀਕ ਹੈ, ਉਰੇ ਚਲੋ ਪਹਾੜਾ ਹੁਣ ਤੁਸੀਂ ਆਪਣੇ ਆਪ ਸਮਝਿਓ। ਆਪਾਂ ਇਹਨੂੰ ਟਰਾਈ ਕਰਦੇ ਹਾਂ ਚਲਾਉਣ ਦੀ, ਸੌਰੀ ਪਹਿਲਾਂ ਆਪਣੇ ਕੰਪਾਈਲ ਕਰ ਲਿਆ ਤੇ ਰਨ ਕਰ ਲਿਆ। ਹੁਣ ਉਹਨੂੰ ਯੂਜ਼ਰ ਸਕਰੀਨ ਦੇਖੋ 2 4 6 8 10। ਮਤਲਬ ਕਿ ਤੁਸੀਂ ਜੇ ਕੋਈ ਪਹਾੜਾ ਪ੍ਰਿੰਟ ਕਰਨਾ ਹੈ ਤਾਂ ਉਹ ਤੁਸੀਂ ਇੱਦਾਂ ਪਹਾੜੇ ਲਈ ਪ੍ਰੋਗਰਾਮ ਵੀ ਬਣਾ ਸਕਦੇ ਹੋ। ਚਲੋ ਇਹ ਫੋਰ ਲੂਪ ਵੀ ਹੋ ਗਿਆ, ਵਾਈਲ ਲੂਪ ਵੀ ਆਪਣਾ ਹੋ ਗਿਆ। ਹੁਣ ਇੱਕ ਚੀਜ਼ ਹੋਰ ਆਪਾਂ ਨੇ ਚੈੱਕ ਕਰਨੀ ਆ, ਡੂ ਵਾਈਲ ਵੀ ਸੇਮ ਆਹੀ ਚੀਜ਼ ਹੈ, ਲੇਕਿਨ ਉਹਦੇ 'ਚ ਕੀ ਹੈ, ਜਿਵੇਂ ਇਹਦੇ 'ਚ ਪਹਿਲਾਂ ਕੰਡੀਸ਼ਨ ਚੈੱਕ ਹੋ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਉਹਦਾ ਬੋਡੀ ਚੱਲਦੀ ਹੈ। ਬੋਡੀ ਕਿਹੜੀ ਹੈ,
ਇਹ ਹੈਗੀ ਹੈ ਵਾਈਲ ਦੀ ਬੋਡੀ ਦੋਨੋਂ ਬ੍ਰੈਕਟਾਂ ਦੇ ਵਿੱਚ, ਠੀਕ ਹੈ। ਤੇ यानी कि पहला अपनी कंडीशन चैक हो रही है, उस तो बाद ये बॉडी ऑफ द लूप जोड़ा है लूप वो वर्क कर रहा है, वो एग्जीक्यूट होंगे। इनू कहने आप प्री टैस्ट लूप, इनू आप कहने प्री टैस्ट लूप। आही जे अपनी कंडीशन बाद चो चैक होवे तो उन्होंने आप कहने पोस्ट टैस्ट, मतलब कि टैस्ट वो बाद चो हो रहा, हुण इहदा टैस्ट वो कंडीशन यानी कि पहला टैस्ट हो रही है, तो जे आह कंडीशन आप बाद चो लाइए तो वह बाद चो टैस्ट होगी। उहदे लई किवें करांगे आप, देखो अपने जस्ट की करना वाइल लूप जो चक के वाला इनू डिलीट कर दें पहले लास्ट च, ठीक है। अपने कंडीशन लाती बाद चों, ते इत्थे अपने कंडीशन लाने की जगह आप डू लिखता बस, होर कुछ नहीं किया। देखो हुण कंट्रोल F9 करके आल्ट F9 किता करते हैं पहला, और एरर आ गई दो। देखो की एरर आ गई, देखो जो लास्ट में लूप लगता ना तो अपनी फिर इत्थे सैमीकोलन भी लगता है, पहला तो नहीं लगता क्योंकि वो बॉडी होंगी है। हुण बॉडी तो पहला रन कर गई, टैस्ट हो रहा बाद चो, इस करके वो सैमीकोलन पहला लगूगा अपना, ठीक है। हुण कंट्रोल F9 करके देखिए, देखो अपना प्रोग्राम चल गया। कंट्रोल F9 नाल किता, हुण देखो रिजल्ट अपना वही 1 तो 10 तक फिर प्रिंट हो जाएगा, सॉरी 2 तो 20 तक अपने पहाड़ा बनाया सी जिहड़ा वो अपना वही प्रिंट हो गया। ये सारी चीज़ां देखो डू वाइल, वाइल लूप ते फॉर लूप, इन्हां च फर्क तुहानूं मेरे ख्याल हुण समझ आ जाना चाहिए, ज़्यादा फर्क नहीं है। ਇਹਦੇ ਵਿੱਚ ਕੀ ਹੈ ਡੂ ਵਾਈਲ ਲੂਪ ਦੇ ਵਿੱਚ ਕੀ, ਵਾਈਲ ਲੂਪ ਜਿਹੜਾ ਕੱਲਾ ਵਾਈਲ ਲੂਪ ਹੁੰਦਾ ਉਹਦੇ ਚ ਆਪਣੀ ਕੰਡੀਸ਼ਨ ਪਹਿਲਾਂ ਟੈਸਟ ਹੁੰਦੀ ਹੈ, ਇਸ ਕਰਕੇ ਉਹਨੂੰ ਆਪਾਂ ਕਹਿੰਦੇ ਆ ਪ੍ਰੀ ਟੈਸਟ ਲੂਪ। ਤੇ ਇਹਦੇ ਵਿੱਚ ਕੀ ਹੈ ਕੰਡੀਸ਼ਨ ਬਾਅਦ ਚੋਂ ਚੈੱਕ ਹੋ ਰਹੀ ਹੈ, ਇਸ ਕਰਕੇ ਇਹਨੂੰ ਆਪਾਂ ਕਹਿੰਦੇ ਆ ਪੋਸਟ ਟੈਸਟ ਲੂਪ। ਬਾਕੀ ਹੋਰ ਵੀ ਇਹਨੂੰ ਐਕਸਪਲੇਨ ਕੀਤਾ ਜਾ ਸਕਦਾ ਥੋੜਾ ਜਿਹਾ। ਉਹਦੇ ਚ ਕੀ ਹੁੰਦਾ ਕਿ ਪੋਸਟ ਟੈਸਟ ਦੇ ਵਿੱਚ ਬੋਡੀ ਨੇ ਚੱਲਣਾ ਇੱਕ ਵਾਰੀ ਪਹਿਲਾਂ, ਜੇ ਆਹੀ ਟੈਸਟ ਪਹਿਲਾਂ ਲਾ ਦਈਏ ਆਪਾਂ ਉੱਪਰ ਡੂ ਦੀ ਜਗ੍ਹਾ ਤੇ, ਤਾਂ ਜੇ ਕੰਡੀਸ਼ਨ ਪਹਿਲਾਂ ਹੀ ਫਾਲਸ ਹੋ ਜਾਏ ਸਪੋਜ਼ ਕਰੋ, ठीक है ना, जिवें हुण सपोज करो हुण इहदे विच अपनी कंडीशन जे फाल्स ला दईए, आई नूं आपां 21 कर दईए, ठीक है ना। 21 का मतलब कि अपने आई की वैल्यू 21 तो हो ही नहीं सकती, इस करके कंडीशन फाल्स है पहले ही। जो हुण इहनूं कंट्रोल आल्ट F9 किया, कंट्रोल F9 किया, आल्ट F5 नाल रिजल्ट चैक किया, उन्हें 21 प्रिंट करता, ठीक है ना, जबकि 21 प्रिंट होना नहीं चाहिए सीगा, ठीक है। इस पोस्ट टैस्ट दे विच की हुंदा कि पहली बॉडी ऑफ द लूप चलना ही चलना है, तो चलना होने करके इस करके उन्हें गलत जो भी स्टेट, क्योंकि कंडीशन बाद चो चेक हुई है, कंडीशन चेक होने तो पहले ही उसने प्रिंट करता, क्योंकि आई की वैल्यू अपने ऊपर आई की वैल्यू अपने 21 दी हुई है तो प्रिंट होगी पहले ही, उन्हें ਵਧਾਤੀ, लेकिन कंडीशन फिर फाल्स होगी तो रिजल्ट अपना उत्थे ब्रेक हो गया, प्रोग्राम तो बाहर आ गए। आप जे आही कंडीशन पहला लाई सी, जिवें आपां पहला लाई सी, देखो हुण कंडीशन अपने उरे लाई हुई है, हुण उरे आई 21 है, कंडीशन पहले ही फाल्स हो गई, ठीक है ना, क्योंकि आई की वैल्यू तो कंडीशन 21 हो ही नहीं सकती, वो लैस दैन 20 रहनी है। हुण इहनूं चला के देखते हैं, हुण अपना इस वक्त प्रोग्राम, क्योंकि वाइल लूप तो जो पहला कंडीशन लगनी है फिर अपने सैमीकोलन नहीं लाना होंदा। हुण आपां चेक करते हैं दोबारा, आल्ट F9 कंट्रोल F9 ते आल्ट F5, हुण देखो अपने को रिजल्ट प्रिंट ही नहीं होया एक बारी भी, ठीक है। क्यों नहीं होया, क्योंकि टेस्ट पहले ही अपना लूप तो बाहर आ गया अपना कंट्रोल, क्योंकि यह जो लूप कंडीशन है फेल होगी, चली नहीं, क्योंकि आई 21 है तो उरे कंडीशन लाई हुई है अपने, आई हमेशा 21 तो 20 तो थले रहना या इक्वल टू होना 20 दे, तो फिर उन्हें बॉडी नहीं प्रिंट करनी, तो सीधा ही बाहर आके एग्जिट कर गया। जबकि जे अपने ऊपर डू लाया सी, वाइल थले लाया सी, तो पहला उन्हें बॉडी प्रिंट करती सी, 21 नंबर उन्हें प्रिंट करता सीगा, ठीक है ना। इस तरह अपना यह फॉर लूप, वाइल लूप तो डू वाइल लूप दे विच फर्क तुहानूं मैं समझाता। तो हुण अगे आपां देखदे हां अपने कोल नैक्सट की है।
ਅੱਗੇ ਇਟਰੇਸ਼ਨ ਸਟੇਟਮੈਂਟਸ ਤੋਂ ਬਾਅਦ ਆਪਣੇ ਕੋਲ ਹੈਗੀਆਂ ਜੰਪਿੰਗ ਸਟੇਟਮੈਂਟਸ। ਇਹਨਾਂ ਵਿੱਚ ਕੀ ਹੈ ਕਿ ਇੱਕ ਬ੍ਰੇਕ, ਕੰਟੀਨਿਊ ਤੇ ਗੋ ਟੂ। ਬ੍ਰੇਕ ਤੁਹਾਨੂੰ ਆਪਾਂ ਨੇ ਪਹਿਲਾਂ ਹੀ ਸਵਿਚ ਕੇਸ ਦੇ ਵਿੱਚ ਆਪਣੇ ਬ੍ਰੇਕ ਦੀ ਐਗਜ਼ਾਮਪਲ ਦੇਖ ਲਈ ਸੀ, ਜਿਹੜਾ ਕਿ ਬ੍ਰੇਕ ਦਾ ਮਤਲਬ ਹੁੰਦਾ ਹੈ ਕਿ ਆਪਾਂ ਨੇ ਕਿਤੇ ਵੀ ਕਿਸੇ ਲੂਪ ਨੂੰ ਬ੍ਰੇਕ ਲਾਣਾ ਹੈ, ਬ੍ਰੇਕ ਲਾ ਕੇ ਉਸ ਤੋਂ ਬਾਅਦ ਲੂਪ ਤੋਂ ਐਗਜ਼ਿਟ ਕਰ ਜਾਣਾ ਹੈ। ਆਪਾਂ ਕੰਟੀਨਿਊ ਦੀ ਗੱਲ ਕਰਦੇ ਹਾਂ। ਹੁਣ ਆਪਾਂ ਕੰਟੀਨਿਊ ਨੂੰ ਆਪਾਂ ਪ੍ਰੈਕਟੀਕਲੀ ਉਹ ਦੇਖਦੇ ਹਾਂ। ਪ੍ਰੈਕਟੀਕਲੀ ਆਪਾਂ ਫਿਰ ਆਪਾਂ ਆਪਣੇ ਸੀ ਦੇ ਕੋਡਰ 'ਚ ਚੱਲਦੇ ਹਾਂ। ਆਪਾਂ ਹੁਣ ਸੀ ਦੇ ਕੋਡਰ 'ਚ ਆ ਗਏ ਆ। ਲਿਖ ਲੈਂਦੇ ਹਾਂ ਪ੍ਰੋਗਰਾਮ ਟੂ ਟੈਸਟ ਕੰਟੀਨਿਊ ਸਟੇਟਮੈਂਟ NUE, ਇੱਥੇ NUE ਕਰ ਦਿੰਦੇ ਆ, NUE। ਠੀਕ ਹੈ, ਉਹੀ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। void main, ਫਟਾਫਟ ਬਣਾਈਏ ਪ੍ਰੋਗਰਾਮ। ਹੁਣ ਇਹਦੇ 'ਚ ਆਪਾਂ ਉਹੀ ਫੋਰ ਲੂਪ ਵਾਲਾ 1 ਤੋਂ 10 ਤੱਕ ਨੰਬਰ ਪ੍ਰਿੰਟ ਕਰਾਉਣ ਲਈ ਪ੍ਰੋਗਰਾਮ ਬਣਾਉਂਦੇ ਆ। ਉਹਦੇ ਲਈ ਆਪਾਂ ਨੇ ਕੀ ਲਿਆ ਸੀ, ਇੱਕ ਵੇਰੀਏਬਲ ਲਿਆ ਸੀਗਾ i, ਫੋਰ ਲੂਪ ਵਿੱਚ ਵਰਤਿਆ ਸੀ ਉਸ i ਨੂੰ। ਉਹਨੂੰ ਇਨੀਸ਼ੀਅਲਾਈਜ਼ ਕੀਤਾ ਸੀਗਾ i ਇਕੁਅਲ ਟੂ 1, ਜੇ 1 ਤੋਂ 10 ਤੱਕ ਨੰਬਰ ਪ੍ਰਿੰਟ ਕਰਾਣੇ ਆ। i ਲੈਸ ਦੈਨ 10 ਕਹਿ ਲਓ, ਇਕੁਅਲ ਟੂ 10, 10 ਤੱਕ ਜੇ ਪ੍ਰਿੰਟ ਕਰਾਣੇ ਤਾਂ ਇਕੁਅਲ ਟੂ ਵੀ ਨਾਲ ਲਾਣਾ ਪਏਗਾ, ਤੇ i ਪਲੱਸ ਪਲੱਸ। ਠੀਕ ਹੈ, ਪ੍ਰਿੰਟ i ਕਰ ਦੋ, ਪ੍ਰਿੰਟ f %d ਤੇ i। ਠੀਕ ਹੈ, ਇਹ ਆਪਣਾ ਪ੍ਰੋਗਰਾਮ ਬਣ ਗਿਆ ਸੀ। ਇਹਦੇ ਤੇ ਆਪਣਾ ਜਿਹੜਾ ਲਾਇਬ੍ਰੇਰੀ ਇਨਪੁਟ ਤੇ ਆਊਟਪੁਟ, ਦੇਖੋ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਨਪੁਟ ਤੇ ਆਊਟਪੁਟ ਫੰਕਸ਼ਨਾਂ ਦੀ ਜ਼ਰੂਰਤ ਹਮੇਸ਼ਾ ਪੈਂਦੀ ਆ। ਇਸ ਕਰਕੇ ਉਹਦੇ ਲਈ ਆਪਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲਾਇਬ੍ਰੇਰੀ #include stdio.h ਇਨਕਲੂਡ ਕਰਨੀ ਪੈਂਦੀ ਆ। include stdio.h। ਠੀਕ ਹੈ, ਇਹ ਆਪਾਂ ਇੱਕ ਵਾਰੀ ਚਲਾ ਕੇ ਦੇਖ ਲਈਏ ਪ੍ਰੋਗਰਾਮ ਨੂੰ। ਚਲਾ ਕੇ ਦੇਖ ਲੈਂਦੇ ਆਪਾਂ ਇੱਕ ਵਾਰੀ ਪ੍ਰੋਗਰਾਮ ਨੂੰ। Alt F5। ਠੀਕ ਹੈ, 1 ਤੋਂ 10 ਤੱਕ ਨੰਬਰ ਆਪਣੇ ਪ੍ਰਿੰਟ ਹੋ ਗਏ ਆ। ਆਪਾਂ ਇੱਕ ਕਲੀਅਰ ਸਕਰੀਨ ਵੀ ਲਾ ਲਈਏ ਤਾਂ ਕਿ ਆਪਾਂ ਨੂੰ ਆਊਟਪੁੱਟ ਹਮੇਸ਼ਾ ਵਧੀਆ ਆਵੇ, ਕਲੀਅਰ ਸਕਰੀਨ ਹੋਣ ਤੋਂ ਬਾਅਦ ਆਵੇ। ਉਹਦੇ ਲਈ ਤੁਹਾਨੂੰ ਪਤਾ ਹੀ ਆ, ਲਾਇਬ੍ਰੇਰੀ ਮੈਂ ਆਪਣੇ ਓਪਨ ਕੀਤੀ ਸੀ #include console means console io.h। ठीक है, stdio ਦਾ ਮਤਲਬ ਸਟੈਂਡਰਡ ਇਨਪੁਟ ਆਊਟਪੁੱਟ, console con ਦਾ ਮਤਲਬ console ਇਨਪੁਟ ਆਊਟਪੁੱਟ ਡਾਟ ਹੈਡਰ ਫਾਈਲ ਐਕਸਟੈਂਸ਼ਨ ਇਹਨਾਂ ਦੀ ਹੁੰਦੀ ਹੈ। ਆਪਾਂ ਇੱਕ ਵਾਰੀ ਚੈੱਕ ਕਰ ਲਈਏ ਪ੍ਰੋਗਰਾਮ ਚੱਲ ਰਿਹਾ। ਠੀਕ ਹੈ, ਠੀਕ ਹੈ ਨਾ। ਹੁਣ ਆਪਾਂ ਕੰਟੀਨਿਊ ਸਟੇਟਮੈਂਟ ਕਿਵੇਂ ਕਰਨੀ ਹੈ। ਜਿਵੇਂ ਹੁਣ ਇਹਦੇ ਵਿੱਚ ਆਪਣੇ ਕੋਲ ਆਊਟਪੁੱਟ ਯੂਜ਼ਰ ਸਕਰੀਨ ਤੇ ਜੇ ਜਾਈਏ, ਦੇਖੋ ਆਪਣੇ ਕੋਲ 1 2 3 4 5 ਨੰਬਰ ਪ੍ਰਿੰਟ ਆ ਪੂਰੇ 1 2। ਹੁਣ ਇਹ 'ਚ ਸਪੋਜ਼ ਕਰੋ ਜੇ ਆਪਣੇ 5 ਨੰਬਰ ਨੂੰ ਸਕਿਪ ਕਰਨਾ ਹੈ, ਆਪਾਂ ਨਹੀਂ ਚਾਹੁੰਦੇ ਕਿ 5 ਨੰਬਰ ਪ੍ਰਿੰਟ ਹੋਵੇ, ਬਾਕੀ ਸਾਰੇ ਨੰਬਰ ਪ੍ਰਿੰਟ ਹੋ ਜਾਣ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਕੰਟੀਨਿਊ ਸਟੇਟਮੈਂਟ ਦੀ ਫਿਰ ਆਪਾਂ ਨੂੰ ਲੋੜ ਪੈਂਦੀ ਆ। ਆਪਾਂ ਤੁਹਾਨੂੰ ਮੈਂ ਦੱਸਿਆ ਕਿ ਜੇ ਜਦੋਂ ਵੀ ਕੋਈ ਫੋਰ ਸਟੇਟਮੈਂਟ ਲਾ ਲਓ ਜਾਂ ਕੋਈ ਇਫ ਸਟੇਟਮੈਂਟ ਲਾ ਲਓ, ਜਿੱਥੇ ਆਪਾਂ ਨੂੰ ਉਸ ਸਟੇਟਮੈਂਟ ਦੇ ਅੰਡਰ ਆਪਾਂ ਨੂੰ 1 ਤੋਂ ਵੱਧ ਸਟੇਟਮੈਂਟਾਂ ਲਾਣੀਆਂ ਪੈ ਜਾਣ, ਇੰਸਟਰਕਸ਼ਨਾਂ ਲਾਣੀਆਂ ਪੈ ਜਾਣ, ਤਾਂ ਆਪਾਂ ਫਿਰ ਉਹਦੇ ਲਈ ਬ੍ਰੈਕਟਾਂ ਵਰਤਦੇ ਹਾਂ, ਕਰਲੀ ਬ੍ਰੈਕਟਸ। ਠੀਕ ਹੈ, ਹੁਣ ਆਪਾਂ ਨੇ ਕੰਟੀਨਿਊ ਸਟੇਟਮੈਂਟ ਵਰਤਣੀ ਹੈ। ਇਹਦੇ ਵਿੱਚ ਆਪਾਂ ਨੂੰ ਇਫ ਲਾਣੀ ਪੈਣੀ ਹੈ। ਫਿਰ ਹੁਣ ਇਫ i, ਜਦੋਂ i ਇਕੁਅਲ ਟੂ 5 ਹੋ ਜਾਵੇ, ਠੀਕ ਹੈ, ਫਿਰ ਕੀ ਕਰੇ, ਕੰਟੀਨਿਊ ਕਰ ਦੇਵੇ। ਬਸ ਕਿੰਨਾ ਈਜ਼ੀ ਕੰਮ ਹੈ। ਜਦੋਂ i ਇਜ਼ ਇਕੁਅਲ ਟੂ 5 ਹੋ ਜਾਵੇ ਤਾਂ ਕੰਟੀਨਿਊ ਹੋ ਜਾਵੇ, ਨਹੀਂ ਤਾਂ %i ਕਰੀ ਜਾਵੇ। ਠੀਕ ਹੈ, ਆਪਣਾ ਇੰਨਾ ਪ੍ਰੋਗਰਾਮ ਹੈ। ਚੈੱਕ ਕਰੀਏ ਆਪਾਂ ਨੂੰ ਇੱਕ ਵਾਰੀ, Alt F5 ਕਰਕੇ ਦੇਖੀਏ। ਹੁਣ ਆ ਦੇਖੋ 1 2 3 4 6ਵਾਂ 5 ਨੰਬਰ ਆਪਣਾ ਇੱਥੇ ਮਿਸਿੰਗ ਹੈ। ਠੀਕ ਹੈ, ਜੇ ਆਪਾਂ ਨੂੰ ਸਪੇਸ ਦੇ ਕੇ ਕਰੀਏ ਦੁਬਾਰਾ, Alt F ਕਰੋ, ਦੇਖੋ 1 2 3 4 5ਵਾਂ ਨੰਬਰ ਆਪਣਾ ਮਿਸ ਹੈ। ਇੱਦਾਂ ਹੀ ਜਿਹੜਾ ਨੰਬਰ ਉਰੇ ਤੁਸੀਂ ਪਾਓਗੇ ਉਹ ਨੰਬਰ ਮਿਸ ਹੋ ਜਾਊਗਾ ਕੰਟੀਨਿਊ ਸਟੇਟਮੈਂਟ ਦੇ ਨਾਲ। ਠੀਕ ਹੈ, ਨਾਲ ਹੀ ਆਪਾਂ ਫਿਰ ਇੱਥੇ ਗੋ ਟੂ ਸਟੇਟਮੈਂਟ ਵੀ ਵਰਤ ਕੇ ਦੇਖ ਲੈਂਦੇ ਹਾਂ। ਗੋ ਟੂ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਗਰੁੱਪ ਆਫ ਸਟੇਟਮੈਂਟਸ ਨੂੰ ਸਕਿਪ ਕਰਕੇ ਅੱਗੇ ਜਾਣਾ। ਹੁਣ ਸਪੋਜ਼ ਕਰੋ ਆਪਾਂ ਨੇ ਫੋਰ ਲੂਪ ਨੂੰ ਸਕਿਪ ਕਰਨਾ ਪੂਰੇ ਨੂੰ। ਠੀਕ ਹੈ, ਆਪਾਂ ਚਾਹੁੰਦੇ ਨਹੀਂ ਕਿ ਪ੍ਰਿੰਟ ਹੋਵੇ, ਅਗਲੀਆਂ ਸਟੇਟਮੈਂਟ ਪ੍ਰਿੰਟ ਹੋਣ। ਉਹਦੇ ਲਈ ਆਪਾਂ ਕੀ ਕਰਾਂਗੇ, ਗੋ ਟੂ, ਜਿਵੇਂ ਲਾਸਟ ਆਪਾਂ ਨੇ ਇੱਕ ਲੇਬਲ ਲਾਇਆ ਜਾਂ ਵੇਰੀਏਬਲ ਲਾ ਲਓ, ਇਹਨੂੰ ਕਹ ਲਓ ਲੇਬਲ ਕਰਨੇ ਨੂੰ ਆਪਾਂ, ਕਿ ਜਿੱਥੇ ਵੀ ਲਾਸਟ ਆਪਾਂ ਨੂੰ ਮਿਲੂਗਾ ਕੰਟਰੋਲ ਆਪਣਾ ਉੱਥੇ ਹੀ ਪਹੁੰਚ ਜਾਵੇਗਾ। ਜਿਵੇਂ ਹੁਣ ਲਾਸਟ ਆਪਣੇ ਇੱਕ ਲਾਸਟ ਵਿੱਚ ਆਪਾਂ ਲਾਸਟ ਲਾ ਦਿੰਦੇ ਆ, ਲਾਸਟ। ਠੀਕ ਹੈ,
ਦੇਖੋ ਹੁਣ ਯਾਨੀ ਕਿ ਗੋ ਟੂ ਲਾਸਟ ਦਾ ਮਤਲਬ ਕੀ ਆ, ਜਿੱਥੇ ਇਹਨੂੰ ਆਹ ਲਾਸਟ ਲੇਬਲ ਮਿਲੇਗਾ ਉਹ ਲੇਬਲ ਤੇ ਜਾ ਕੇ ਆਪਣਾ ਕੰਟਰੋਲ ਚਲੇ ਜਾਏਗਾ। ਬਾਕੀ ਉਸ ਤੋਂ ਬਾਅਦ ਚਾਹੇ ਪ੍ਰਿੰਟਐਫ ਇੱਕ ਸਟੇਟਮੈਂਟ ਲਾ ਕੇ ਦੇਖ ਲਓ। ਇੱਥੇ ਲਾਸਟ ਵਿੱਚ ਆਪਾਂ ਇੱਕ ਕਮੈਂਟ ਪ੍ਰਿੰਟ ਕਰਕੇ ਦੇਖ ਲੈਂਦੇ ਆ, I am at the last of the program। ठीक है, ਆਪਾਂ कंट्रोल F9 चेक कर लिए, वार्निंग्स आ गई दो। वार्निंग्स ਕਿਹੜੀਆਂ ਆ ਗਈਆਂ? ਅਨਰੀਚੇਬਲ, ਕਿਉਂਕਿ ਹੁਣ ਆਪਾਂ ਨੇ ਫੋਰ ਲੂਪ ਨੂੰ ਸਕਿਪ ਕਰਤਾ ਨਾ, ਠੀਕ ਹੈ ਨਾ, ਇਸ ਕਰਕੇ ਉਹ ਕਹਿੰਦਾ ਕਿ ਇਹ ਵਾਰਨਿੰਗ ਹੈ, ਫੋਰ ਲੂਪ ਤਾਂ ਤੁਸੀਂ ਵਰਤਿਆ ਨਹੀਂ, ਪ੍ਰੋਗਰਾਮ ਦੇ ਵਿੱਚ ਲਿਖੀ ਜਾਂਦੇ ਹੋ। ਚਲੋ ਆਪਾਂ ਨੇ ਤਾਂ ਮੇਨ ਗੋ ਟੂ ਸਟੇਟਮੈਂਟ ਦੀ ਵਰਤੋਂ ਕਰਕੇ ਦਿਖਾਣੀ ਹੈ ਤੁਹਾਨੂੰ, ਠੀਕ ਹੈ। ਆਪਾਂ ਇਹਨੂੰ ਵਾਰਨਿੰਗ, ਤੁਹਾਨੂੰ ਮੈਂ ਦੱਸਿਆ ਸੀ ਕਿ ਵਾਰਨਿੰਗ ਜੇ ਆ ਵੀ ਜਾਣ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਪ੍ਰੋਗਰਾਮ ਫਿਰ ਵੀ ਰਨ ਹੋ ਜਾਂਦਾ। ਆਪਾਂ ਰਨ ਕਰਕੇ ਦੇਖਦੇ ਹਾਂ ਪ੍ਰੋਗਰਾਮ ਨੂੰ, ਠੀਕ ਹੈ। ਹੁਣ Alt F5 ਕਰਕੇ ਦੇਖੋ, ਦੇਖੋ ਕਹਿ ਰਿਹਾ ਆਈ ਐਮ ਐਟ ਦਾ ਲਾਸਟ ਆਫ ਦਾ ਪ੍ਰੋਗਰਾਮ, ਯਾਨੀ ਕਿ ਉਹਨੇ ਨੰਬਰ ਜਿਹੜੇ 1 ਤੋਂ 10 ਤੱਕ ਪ੍ਰਿੰਟ ਕਰਨੇ ਸੀ ਉਹ ਕਰੇ ਹੀ ਨਹੀਂ, ਲਾਸਟ ਵਿੱਚ ਹੀ ਆ ਗਿਆ ਉਹ, ਯਾਨੀ ਕਿ ਇੱਥੋਂ ਲਾਸਟ ਤੋਂ ਸ਼ੁਰੂ ਹੋ ਕੇ ਇੱਥੇ ਲਾਸਟ ਦੇ ਵਿੱਚ ਆ ਗਿਆ, ਠੀਕ ਹੈ। ਇਸ ਤਰ੍ਹਾਂ ਹੀ ਹੁਣ ਆਪਾਂ ਨੇ ਇਹ ਦੋਨੋਂ ਸਟੇਟਮੈਂਟਾਂ ਮੇਰੇ ਖਿਆਲ ਤੁਹਾਨੂੰ ਸਮਝ ਆ ਗਈਆਂ ਹੋਣੀਆਂ, ਕੰਟੀਨਿਊ ਤੇ ਗੋ ਟੂ ਸਟੇਟਮੈਂਟ। ਤੇ ਇਹ ਚੈਪਟਰ ਆਪਣਾ ਇਸ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਹੁਣ ਆਪਾਂ ਨੈਕਸਟ ਚੈਪਟਰ ਦੇਖਦੇ ਹਾਂ ਆਪਾਂ ਕਿਹੜਾ ਹੈਗਾ।